ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਸਾਡੇ ਚੈਨਲ ਦੇ ਉੱਤੇ ਜੀ। ਆਪਾਂ ਪੰਜਾਬ ਜੀਕੇ ਦੇ 9 ਲੈਕਚਰ ਕਰ ਚੁੱਕੇ ਹਾਂ ਜੀ ਤੇ ਅੱਜ ਆਪਾਂ 10ਵਾਂ ਲੈਕਚਰ ਸ਼ੁਰੂ ਕਰਨਾ ਜੀ। ਮੈਂ ਤੁਹਾਨੂੰ ਜੀ ਪਿਛਲੇ ਲੈਕਚਰ ਦੇ ਵਿੱਚ ਜੀ ਲਹਿਰਾਂ ਬਾਰੇ ਪੜ੍ਹਾਇਆ ਸੀਗਾ, ਜਿਨ੍ਹਾਂ ਵਿੱਚ ਕਿ ਆਪਾਂ ਜੀ ਨਿਰੰਕਾਰੀ ਲਹਿਰ ਪੜ੍ਹ ਚੁੱਕੇ ਹਾਂ ਜੀ, ਰਾਧਾ ਸੁਆਮੀ ਲਹਿਰ ਵੀ ਪੜ੍ਹ ਲਈ ਸੀ ਜੀ, ਤੇ ਇੱਕ ਆਪਾਂ ਨਾਮਧਾਰੀ ਲਹਿਰ ਤੇ ਸਿੰਘ ਸਭਾ ਲਹਿਰ ਇਹਦੇ ਬਾਰੇ ਆਪਾਂ ਪੜ੍ਹ ਚੁੱਕੇ ਹਾਂ ਜੀ। ਤੇ ਉਸ ਤੋਂ ਬਾਅਦ ਜੋ ਲਹਿਰ ਉੱਠੀ ਹੈ ਜੀ, ਉਹ ਉੱਠੀ ਹੈ ਜੀ ਆਪਣੀ ਗੁਰਦੁਆਰਾ ਸੁਧਾਰ ਲਹਿਰ। ਗੁਰਦੁਆਰਾ ਸੁਧਾਰ ਲਹਿਰ ਕੀ ਸੀਗੀ? ਜਦੋਂ ਅੰਗਰੇਜ਼ ਆਏ ਸੀਗੇ ਜੀ ਭਾਰਤ ਦੇ ਵਿੱਚ, ਪੰਜਾਬ ਦੇ ਉੱਤੇ ਜਦੋਂ ਕਬਜ਼ਾ ਹੋ ਗਿਆ ਜੀ, ਤਾਂ ਉਹਨਾਂ ਨੇ ਸਿੱਖਾਂ ਦੇ ਧਰਮ ਨੂੰ ਬਦਲਾਉਣਾ ਸ਼ੁਰੂ ਕਰਤਾ ਜੀ। ਉਸ ਲਈ ਉੱਠੀ ਸੀਗੀ ਜੀ ਆਪਣੀ ਸਿੰਘ ਸਭਾ ਲਹਿਰ। ਉਸ ਤੋਂ ਬਾਅਦ ਕੀ ਹੋਇਆ ਜੀ, ਜੋ ਅੰਗਰੇਜ਼ਾਂ ਨੇ ਜੋ ਗੁਰਦੁਆਰਿਆਂ ਦਾ ਮਾਲਿਕਾਨਾ ਹੱਕ ਸੀ ਜੀ, ਉਹ ਸੰਤਾਂ ਨੂੰ ਸੌਂਪ ਦਿੱਤਾ। ਹੁਣ ਜਿਹੜੇ ਉਸ ਟਾਈਮ ਉੱਤੇ ਸੰਤ ਸੀਗੇ ਜੀ, ਮਹੰਤ ਸੀਗੇ ਜਾਂ ਉਹ ਕਿੱਦਾਂ ਦੇ ਸੀਗੇ ਜੀ, ਉਹ ਹਿੰਦੂ ਤੇ ਸਿੱਖਾਂ ਦੇ ਧਰਮ ਦੇ ਵਿਚਾਲੇ ਉਲਝੇ ਹੋਏ ਸੀਗੇ ਜੀ। ਨਾ ਤਾਂ ਉਹ ਪੂਰੇ ਹਿੰਦੂ ਨੂੰ ਮੰਨਦੇ ਸੀਗੇ, ਨਾ ਹੀ ਪੂਰੇ ਦੇ ਪੂਰੇ ਆਪਣੇ ਸਿੱਖੀ ਨੂੰ ਮੰਨਦੇ ਸੀਗੇ। ਤਾਂ ਉਹ ਕੀ ਕਰਦੇ ਸੀ ਜੀ, ਉਹਨਾਂ ਦੇ ਵਿੱਚ ਕੋਈ ਇੰਨੀ ਯੋਗਤਾ ਨਹੀਂ ਸੀਗੀ ਵੀ ਜਿਹੜਾ ਗੁਰਦੁਆਰੇ ਦੇ ਵਿੱਚ ਬੈਠ ਸਕਣ ਜੀ। ਠੀਕ ਹੈ, ਕਈਆਂ ਤਾਂ ਮਹੰਤ ਏਦਾਂ ਦੇ ਸੀਗੇ ਜੀ, ਜਿਨ੍ਹਾਂ ਨੇ ਕਿ ਗੁਰਦੁਆਰੇ ਵਿੱਚ ਜੀ ਜਾ ਕੇ ਸ਼ਰਾਬ ਵੀ ਪੀਂਦੇ ਸੀਗੇ ਜੀ, ਠੀਕ ਹੈ, ਜੂਆ ਵਗੈਰਾ ਖੇਡਦੇ ਸੀਗੇ ਜੀ। ਤਾਂ ਜਾਣੀ ਕਿ ਉਹਨਾਂ ਨੇ ਜੀ ਜੋ ਧਾਰਮਿਕ ਥਾਂ ਸੀਗੇ ਜੀ, ਉਹਦੇ ਉੱਤੇ ਗੰਦ ਪਾਇਆ ਹੋਇਆ ਸੀਗਾ ਇੱਕ ਹਿਸਾਬ ਨਾਲ। ਤੇ ਇਹ ਸਾਰਾ ਕੁਝ ਸੀਗਾ ਜੀ ਅੰਗਰੇਜ਼ ਸਰਕਾਰ ਦੇ ਹੱਥਾਂ ਥੱਲੇ ਸਾਰਾ ਦਾ ਸਾਰਾ, ਕਿਉਂਕਿ ਮਹੰਤਾਂ ਦੇ ਨਾਮ ਜੀ ਅੰਗਰੇਜ਼ ਸਰਕਾਰ ਨੇ ਗੁਰਦੁਆਰਿਆਂ ਦੀ ਜ਼ਮੀਨ ਲਾਤੀ ਸੀਗੀ, ਜਿਹਦੇ ਕਰਕੇ ਕਿ ਗੁਰਦੁਆਰਿਆਂ ਦੇ ਉੱਤੇ ਜਿਹੜਾ ਮਾਲਿਕਾਨਾ ਹੱਕ ਸੀਗਾ ਜੀ, ਉਹ ਬਣ ਗਿਆ ਮਹੰਤਾਂ ਦਾ ਜੀ। ਤਾਂ ਜੋ ਲੋਕ ਹੋਏ ਉਸ ਤੋਂ ਬਾਅਦ ਸਿੱਖਾਂ ਨੇ ਜੀ ਇਹਦੇ ਪ੍ਰਤੀ ਲਹਿਰ ਸ਼ੁਰੂ ਕੀਤੀ ਜੀ, ਗੁਰਦੁਆਰਾ ਸੁਧਾਰ ਲਹਿਰ। ਤਾਂ ਉਹਨਾਂ ਨੇ ਕੀ ਕੀਤਾ ਜੀ, ਉਹਨਾਂ ਨੇ ਸਰਕਾਰ ਨੂੰ ਕਿਹਾ ਵੀ ਤੁਸੀਂ ਜਿਹੜੇ ਮਹੰਤ ਨੇ ਇਹਨਾਂ ਕੋਲੋਂ ਗੁਰਦੁਆਰਿਆਂ ਨੂੰ ਛਡਾਓ, ਤੇ ਜੋ ਵੀ ਸਾਡੇ ਪਾਠੀ ਹੈਗੇ ਨੇ, ਕੋਈ ਵੀ ਬੰਦਾ ਸਿੱਖ ਹੈਗਾ ਤਾਂ ਉਹਦੇ ਹੱਥ ਵਿੱਚ ਇਹਦਾ ਕੰਮ ਕਾਜ ਦਿਓ, ਜਿਸ ਨੂੰ ਕੀ ਪਤਾ ਕਿ ਗੁਰਦੁਆਰੇ ਨੂੰ ਸਾਂਭ ਸੰਭਾਲ ਕਿਵੇਂ ਕਰਨੀ ਹੈ। ਤਾਂ ਕੀ ਹੋਇਆ ਜੀ, ਗੁਰਦੁਆਰਾ ਸੁਧਾਰ ਲਹਿਰ। ਨਵੰਬਰ 1920 ਵਿੱਚ ਗੁਰਦੁਆਰਾ ਸੁਧਾਰ ਲਹਿਰ ਉੱਠੀ ਹੈ। ਸਭ ਤੋਂ ਪਹਿਲਾਂ ਤਾਂ ਇਹ ਗੱਲ, 15 ਨਵੰਬਰ 1920 ਨੂੰ ਜੀ ਸਾਰੇ ਇਕੱਠੇ ਹੋਏ ਨੇ ਜੀ, ਠੀਕ ਹੈ ਜੀ। ਤੇ ਇਹਨਾਂ ਨੇ ਸੰਗਠਨ ਬਣਾਇਆ ਜੀ ਗੁਰਦੁਆਰਾ ਸੁਧਾਰ ਲਹਿਰ, ਤੇ ਜੋ ਉਸ ਨੂੰ ਨਾਮ ਦਿੱਤਾ ਸੀਗਾ ਜੀ, ਉਹ ਨਾਮ ਦਿੱਤਾ ਸੀਗਾ ਇਹਨਾਂ ਨੇ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ। ਇਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ ਜੀ, ਜਿਹਦੇ ਵਿੱਚ ਕਿ ਇੱਕ ਇਹਨਾਂ ਨੇ ਜੀ ਪ੍ਰਧਾਨ ਰੱਖਿਆ, ਇੱਕ ਇਹਨਾਂ ਨੇ ਉਪ ਪ੍ਰਧਾਨ ਰੱਖਿਆ ਜੀ, ਤੇ ਇੱਕ ਇਹਨਾਂ ਨੇ ਸੈਕਟਰੀ ਰੱਖਿਆ ਸੀ ਜੀ। ਜੋ ਪ੍ਰਧਾਨ ਸੀ ਜੀ ਉਹਦਾ ਨਾਮ ਸੀਗਾ ਜੀ ਸੁੰਦਰ ਸਿੰਘ ਮਜੀਠੀਆ। ਉਪ ਪ੍ਰਧਾਨ ਸੀਗਾ ਜੀ ਆਪਣੇ ਅਟਾਰੀ ਤੋਂ ਸੀਗੇ ਜੀ ਹਰਬੰਸ ਸਿੰਘ, ਤੇ ਸੈਕਟਰੀ ਬਣਾ ਗਿਆ ਜੀ ਜੋਧ ਸਿੰਘ ਨੂੰ। ਤਾਂ ਇਹਨਾਂ ਦੀ ਅਗਵਾਈ ਹੇਠ ਜੀ ਇਸ ਕਮੇਟੀ ਨੇ ਕੰਮ ਕੀਤਾ, ਇਸ ਲਹਿਰ ਨੇ ਕੰਮ ਕੀਤਾ ਜੀ। ਤਾਂ ਕੀ ਹੋਇਆ ਜੀ, ਕੁਝ ਆਪਾਂ ਜੀ ਸਾਕੇ ਹੋਏ ਸੀਗੇ ਜੀ। ਇੱਕ ਸਾਕਾ ਹੋਇਆ ਹੈਗਾ ਜੀ ਨਨਕਾਣਾ ਸਾਹਿਬ ਦਾ ਸਾਕਾ। ਇੱਕ ਦਾ ਨਾਂ ਸੀਗਾ ਜੀ ਗੁਰੂ ਕਾ ਬਾਗ ਮੋਰਚਾ, ਤੇ ਇੱਕ ਦਾ ਨਾਂ ਸੀਗਾ ਜੀ ਜੈਤੋ ਦਾ ਮੋਰਚਾ। ਇਹਨਾਂ ਦੇ ਤੁਸੀਂ ਯਾਦ ਰੱਖਣੇ ਜੀ, ਇਹ ਸੀਗਾ ਜੀ 20 ਫਰਵਰੀ 1921 ਨੂੰ,
ਜੋ ਗੁਰੂ ਕਾ ਬਾਗ ਮੋਰਚਾ ਜੀ, ਇਹ 1922 ਵਿੱਚ ਹੋਇਆ ਸੀਗਾ। ਤੇ ਜੈਤੋ ਦਾ ਮੋਰਚੇ ਦਾ ਕਾਂਡ ਸੀਗਾ ਜੀ, ਇਹ ਹੋਇਆ ਸੀਗਾ 1924 ਦੇ ਵਿੱਚ। ਤਾਂ ਇਹ ਕੀ ਸੀਗੀ, ਨਨਕਾਣਾ ਸਾਹਿਬ ਦਾ ਸਾਕਾ ਕੀ ਸੀਗਾ। ਜੋ ਸਿੱਖ ਸੀਗੇ ਜੀ, ਇਹਨਾਂ ਨੂੰ ਪਤਾ ਚੱਲਿਆ ਕਿ ਨਨਕਾਣਾ ਸਾਹਿਬ ਦੇ ਵਿੱਚ ਇੱਕ ਸੰਤ ਬੈਠਾ ਹੈ, ਠੀਕ ਹੈ, ਮਹੰਤ ਸੀਗਾ ਜਿਹਦਾ ਨਾਮ ਸੀਗਾ ਨਾਰਾਇਣ ਦਾਸ ਜੀ, ਤੇ ਜੋ ਕਿ ਉੱਥੇ ਕੰਮ ਨਹੀਂ ਕਰੀ ਜਾਂਦਾ ਚੰਗੀ ਤਰ੍ਹਾਂ ਨਾਲ, ਠੀਕ ਹੈ ਜੀ, ਬੇਅਦਬੀ ਕਰੀ ਜਾਂਦਾ। ਤਾਂ ਇਹਨਾਂ ਬੰਦਿਆਂ ਨੇ ਜੀ ਕੀਤਾ, ਇਹ ਇਕੱਠ ਲੈ ਕੇ ਨਨਕਾਣਾ ਸਾਹਿਬ ਪਹੁੰਚੇ ਤੇ ਨਨਕਾਣਾ ਸਾਹਿਬ ਜੀ ਕੀ ਕੀਤਾ, ਨਾਰਾਇਣ ਦਾਸ ਨੇ ਤੇ ਉਹਦੇ ਚੇਲਿਆਂ ਨੇ ਜੀ ਇਹਨਾਂ ਉੱਤੇ ਹਮਲਾ ਕਰਤਾ ਜੀ। ਤੇ ਜੋ ਇਹ ਜੀ ਲਹਿਰ ਸੀਗੀ, ਜੋ ਕਮੇਟੀ ਬਣੀ ਹੋਈ ਸੀਗੀ, ਇਹਨਾਂ ਨੇ ਕਿਹਾ ਸੀਗਾ ਵੀ ਅਸੀਂ ਬਿਲਕੁਲ ਵੀ ਹਿੰਸਾ ਨਹੀਂ ਕਰਨੀ ਹੈਗੀ, ਕਿ ਸਾਡੇ ਨਾਲ ਚਾਹੇ ਕਿੰਨਾ ਮਰਜ਼ੀ ਧੱਕਾ ਕਰੇ ਗਵਰਨਮੈਂਟ। ਤਾਂ ਇਹਨਾਂ ਨੇ ਜੀ ਕੋਈ ਵੀ ਜਵਾਬ ਨਹੀਂ ਦਿੱਤਾ ਉਹਨਾਂ ਨੂੰ। ਇਹ ਬਸ ਜੀ ਉਹਨਾਂ ਤੋਂ ਮਾਰ ਖਾਈ ਗਏ ਨੇ ਇਕੱਲੀ ਜੀ, ਠੀਕ ਹੈ ਜੀ। ਤਾਂ ਇਹ ਜਦੋਂ ਗੱਲ ਉੱਠੀ ਜੀ, ਜਦੋਂ ਲੋਕਾਂ ਨੂੰ ਪਤਾ ਲੱਗਿਆ ਕਿ ਨਨਕਾਣਾ ਸਾਹਿਬ ਦੇ ਵਿੱਚ ਇਹ ਸਾਕਾ ਹੋਇਆਗਾ, ਵੀ ਜੋ ਸਿੱਖ ਸੀਗੇ ਉਹ ਸ਼ਾਂਤਪੂਰਵਕ ਉੱਥੇ ਗਏ ਸੀਗੇ ਨਨਕਾਣਾ ਸਾਹਿਬ, ਪਰ ਉਹਨਾਂ ਦੇ ਉੱਤੇ ਬਿਨਾਂ ਕਿਸੇ ਵਜ੍ਹਾ ਤੋਂ ਮਾਰਕੁੱਟ ਕੀਤੀ ਗਈ ਹੈਗਾ ਉਹਨਾਂ ਨਾਲ। ਤਾਂ ਉਹਨਾਂ ਨੇ ਜੀ ਸਰਕਾਰ ਦੇ ਖਿਲਾਫ ਜਦੋਂ ਆਵਾਜ਼ ਉਠਾਈ, ਤਾਂ ਸਰਕਾਰ ਨੂੰ ਪਤਾ ਲੱਗ ਗਿਆ ਸੀਗਾ ਵੀ ਇਹ ਇਕਜੁੱਟ ਹੋ ਕੇ ਸਾਡੇ ਖਿਲਾਫ ਆਵਾਜ਼ ਉਠਾਈ ਜਾਂਦੇ ਆ। ਜੇ ਅਸੀਂ ਨਾਰਾਇਣ ਦਾਸ ਦੇ ਨਾਲ ਕੋਈ ਵੀ ਉਹਦੇ ਤੇ ਮੁਕੱਦਮਾ ਦਾਇਰ ਨਾ ਕੀਤਾ, ਠੀਕ ਹੈ, ਜਾਂ ਉਹਨੂੰ ਨਾ ਹਟਾਇਆ, ਤਾਂ ਇਹ ਸਾਡੇ ਵੀ ਖਿਲਾਫ ਹੋ ਜਾਣਗੇ। ਤਾਂ ਇਹਨਾਂ ਨੇ ਕੀ ਕੀਤਾ ਜੀ, ਇਹਨਾਂ ਨੇ ਨਾਰਾਇਣ ਦਾਸ ਨੂੰ ਉੱਥੋਂ ਹਟਾ ਕੇ ਇਹਦਾ ਜੋ ਵੀ ਕਾਰੋਬਾਰ ਦਾ, ਜੋ ਵੀ ਇਹਨਾਂ ਦਾ ਕੰਮਕਾਜ ਸੀਗਾ, ਉਹ ਜੋ ਸਿੱਖ ਭਾਈਚਾਰਾ ਸੀਗਾ ਉਹਨਾਂ ਨੂੰ ਦੇ ਦਿੱਤਾ ਜੀ, ਠੀਕ ਹੈ ਜੀ। 20 ਫਰਵਰੀ 1921 ਦੀ ਇਹ ਘਟਨਾ ਸੀਗੀ। ਉਹਦਾ ਗੁਰੂ ਕਾ ਬਾਗ ਮੋਰਚਾ ਜੀ, ਗੁਰੂ ਕਾ ਬਾਗ ਮੋਰਚਾ ਅੰਮ੍ਰਿਤਸਰ ਦੇ ਨੇੜੇ ਜੀ, ਅਜਨਾਲਾ ਹੈਗੇ ਤਹਿਸੀਲ, ਤਾਂ ਉਹਦੇ ਕੋਲ ਇੱਕ ਪਿੰਡ ਹੈ ਜੀ, ਉੱਥੇ ਹੋਇਆ ਸੀਗਾ ਜੀ ਇਹ ਗੁਰੂ ਕਾ ਬਾਗ ਮੋਰਚਾ। ਉੱਥੇ ਕੀ ਸੀਗਾ ਜੀ, ਉੱਥੇ ਗੁਰਦੁਆਰਾ ਹੈਗਾ ਜੀ, ਜਿਹੜਾ ਕਿ ਗੁਰੂ ਤੇਗ ਬਹਾਦਰ ਜੀ ਤੇ ਗੁਰੂ ਅਰਜਨ ਦੇਵ ਜੀ ਨੂੰ ਸਮਰਪਿਤ ਹੈਗਾ ਜੀ। ਤੇ ਉੱਥੇ ਜੀ ਇੱਕ ਬਾਗ ਹੈਗਾ ਜੀ। ਤਾਂ ਜੋ ਇੱਥੇ ਮਹੰਤ ਬੈਠਾ ਸੀਗਾ ਜੀ ਗੁਰਦੁਆਰਾ ਦੇ ਵਿੱਚ, ਤਾਂ ਉਹ ਕੀ ਕਰਦਾ ਸੀ, ਉਹ ਸਿੱਖਾਂ ਨੂੰ ਉੱਥੋਂ ਕੋਈ ਵੀ ਬਾਲਣ ਨਹੀਂ ਸੀ ਲੈਣ ਦਿੰਦਾ ਜੀ, ਉਹਨਾਂ ਨੂੰ ਲੱਕੜਾਂ ਨਹੀਂ ਸੀ ਵੱਢਣ ਦਿੰਦਾ, ਜੋ ਕਿ ਸਿੱਖਾਂ ਨੇ ਜੀ ਲੰਗਰ ਬਣਾਉਣ ਲਈ ਵਰਤਣਾ ਸੀਗਾ ਜੀ, ਠੀਕ ਹੈ। ਤਾਂ ਇਹਨਾਂ ਨੂੰ ਬਾਲਣ ਨਹੀਂ ਸੀ ਲੈਣ ਦਿੰਦਾ। ਤਾਂ ਸਿੱਖਾਂ ਨੇ ਕੀ ਕੀਤਾ ਜੀ, ਸਿੱਖਾਂ ਨੇ ਇਹਨਾਂ ਨੂੰ ਕਿਹਾ ਵੀ ਏਦਾਂ ਕਰਕੇ ਵੀ ਯਾਰ ਤੁਸੀਂ ਸਾਨੂੰ ਬਾਲਣ ਤਾਂ ਦਿਓ, ਅਸੀਂ ਫੇਰ ਹੀ ਲੰਗਰ ਵਗੈਰਾ ਬਣਾਵਾਂਗੇ ਤੇ ਫੇਰ ਹੀ ਅਸੀਂ ਲੰਗਰ ਚਲਾਵਾਂਗੇ। ਤਾਂ ਇਹਨਾਂ ਨੇ ਕੀ ਕੀਤਾ ਜੀ, ਇਹਨਾਂ ਮੁੱਕਰ ਗਏ। ਤੇ ਜੋ ਸਿਪਾਹੀ ਸੀਗੇ ਉੱਥੋਂ ਦੇ ਜੀ, ਉਹ ਵੀ ਇਹਨਾਂ ਮੰਨਤਾਂ ਨੂੰ ਖੁਸ਼ ਕਰਨ ਦੇ ਮਾਰੇ ਜੀ, ਠੀਕ ਹੈ, ਤਾਂ ਉਹਨਾਂ ਨੇ ਵੀ ਬਿਨਾਂ ਕਿਸੇ ਵਜ੍ਹਾ ਤੋਂ ਜੀ ਸਿੱਖਾਂ ਨੂੰ ਗ੍ਰਿਫਤਾਰ ਕਰ ਲਿਆ ਜੀ। ਤਾਂ ਫਿਰ ਸਿੱਖਾਂ ਨੇ ਕੀ ਸਕੀਮ ਬਣਾਈ ਜੀ, ਸਿੱਖ ਕਹਿੰਦੇ ਵੀ ਅਸੀਂ ਰਾਤ ਨੂੰ ਜਾਵਾਂਗੇ ਤੇ ਬਾਲਣ ਵੱਢਾਂਗੇ, ਇਸ ਤਾਂ ਹਟਦੇ ਨਹੀਂ। ਇਹਨਾਂ ਨੇ ਜੀ ਰਾਤ ਨੂੰ ਗਏ ਤੇ ਉੱਥੇ ਜਾ ਕੇ ਇਹਨਾਂ ਨੇ ਜੀ ਬਾਲਣ ਵੱਢਣ ਲੱਗ ਗਏ। ਤਾਂ ਇਹਨਾਂ ਨੂੰ ਪਤਾ ਸੀਗਾ ਵੀ ਜੇ ਅਸੀਂ ਬਾਲਣ ਵੱਢਾਂਗੇ ਤਾਂ ਸਾਡੇ ਉੱਤੇ ਤਾਂ ਕਾਰਵਾਈ ਕਰਨਗੇ। ਪਰ ਇਹਨਾਂ ਨੇ ਸਹੁੰ ਖਾਧੀ ਸੀਗੀ ਵੀ ਅਸੀਂ ਪਲਟ ਕੇ ਬਾਹਰ ਨਹੀਂ ਕਰਨਾ ਹੈਗਾ, ਜੋ ਸਾਨੂੰ ਕੁੱਟਣਗੇ ਕੁੱਟ ਦੇਣਗੇ, ਮਾਰਨਗੇ ਮਾਰ ਦੇਣਗੇ, ਪਰ ਅਸੀਂ ਹਿੰਸਾ ਨਹੀਂ ਕਰਨੀ ਹੈਗੀ। ਤਾਂ ਗੁਰੂ ਕੇ ਬਾਗ ਮੋਰਚੇ ਦੇ ਵਿੱਚ ਕੀ ਹੋਇਆ ਜੀ, ਜਦੋਂ ਸਿੱਖਾਂ ਨੇ ਰਾਤ ਨੂੰ ਜਾ ਕੇ ਉੱਥੇ ਬਾਲਣ ਲੈਣ ਦੀ ਕੋਸ਼ਿਸ਼ ਕੀਤੀ, ਤਾਂ ਉੱਥੋਂ ਦੇ ਸੈਨਿਕਾਂ ਨੇ ਜੀ, ਤੇ ਉੱਥੋਂ ਦੇ ਜਿਹੜੇ ਵੀ ਗੁਰੂ ਦੇ ਉੱਥੇ ਚੇਲੇ ਸੀਗੇ ਜੀ, ਠੀਕ ਹੈ, ਉਹਨਾਂ ਨੇ ਜੀ ਸਿੱਖਾਂ ਨੂੰ ਜੀ ਕੁੱਟਣ ਲੱਗ ਗਏ। ਤੇ ਜੋ ਵੀ ਸਿੱਖ ਗ੍ਰਿਫਤਾਰ ਕੀਤੇ ਜੀ, ਤਾਂ ਜਿਹੜੇ ਸਿਪਾਹੀ ਸੀਗੇ ਜੀ ਗੌਰਮੈਂਟ ਦੇ, ਅੰਗਰੇਜ਼ ਸਰਕਾਰ ਦੇ, ਤਾਂ ਉਹਨਾਂ ਨੇ ਜੀ ਸਿੱਖਾਂ ਨੂੰ ਕਹਿੰਦੇ ਇੰਨਾ ਕੁੱਟਿਆ ਹੈਗਾ ਜਦੋਂ ਤੱਕ ਕਿ ਬੇਹੋਸ਼ ਨਹੀਂ ਸੀ ਹੋ ਜਾਂਦੇ। ਤਾਂ ਜੀ ਇਹ ਮਹੀਨਾ ਕਿ ਚੱਲੀ ਗੱਲ, ਮਹੀਨੇ ਤੋਂ ਅਗਸਤ ਦੀ ਤਾਂ ਗੱਲ ਸੀਗੀ ਜਦੋਂ ਇਹਨਾਂ ਨੂੰ ਗ੍ਰਿਫਤਾਰ ਕੀਤਾ। ਤੇ ਸਤੰਬਰ ਦੇ ਵਿੱਚ ਹੀ ਕਹਿੰਦੇ ਜੋ ਉੱਥੋਂ ਦਾ ਅੰਮ੍ਰਿਤਸਰ ਦਾ ਹੀ ਚੀਫ ਕਮਿਸ਼ਨਰ ਸੀਗਾ ਉਹ ਆਇਆ, ਤੇ ਉਸਨੇ ਜਦੋਂ ਇਹ ਸਾਰਾ ਮੁੱਦਾ ਦੇਖਿਆ, ਤਾਂ ਉਸਨੇ ਕੀ ਕੀਤਾ ਜੀ, ਗੁਰੂ ਕਾ ਬਾਗ ਮੋਰਚਾ, ਜੋ ਗੁਰੂ ਕਾ ਬਾਗ ਸੀਗਾ ਜੀ, ਉਹ ਸਿੱਖਾਂ ਨੂੰ ਸੌਂਪ ਦਿੱਤਾ ਤੇ ਉੱਥੋਂ ਜਿਹੜਾ ਸੰਤ ਸੀਗਾ ਜੀ ਉਹਦੇ ਉੱਤੇ ਕਾਰਵਾਈ ਕੀਤੀ, ਠੀਕ ਹੈ। ਇਹ 1922 ਦੀ ਘਟਨਾ ਸੀ। ਉਸ ਤੋਂ ਬਾਅਦ ਜੀ ਕੀ ਸੀਗਾ, ਜੈਤੋ ਦਾ ਮੋਰਚਾ ਕੀ ਸੀਗਾ, 1923 ਦੇ ਵਿੱਚ ਜੀ ਜੋ ਨਾਭਾ ਦਾ ਮਹਾਰਾਜਾ ਸੀਗਾ ਜੀ ਰਿਪੁਦਮਨ, ਠੀਕ ਹੈ, ਉਸ ਨੂੰ ਹਟਾ ਕੇ ਜੀ ਉਹਦੀ ਜਗ੍ਹਾ ਦੇ ਉੱਤੇ ਉਹਦਾ ਪੁੱਤਰ ਸੀਗਾ ਨਾਬਾਲਗ ਸੀਗਾ ਪ੍ਰਤਾਪ ਸਿੰਘ, ਉਸ ਨੂੰ ਗੱਦੀ ਤੇ ਬਿਠਾਤਾ ਬਰਤਾਨਵੀ ਸਰਕਾਰ ਨੇ ਜੀ। ਤੇ ਰਿਪੁਦਮਨ ਜੀ ਕੀ ਆ, ਇਹਨਾਂ ਕੋਲੇ ਗਿਆ ਗੁਰਦੁਆਰਾ ਸੁਧਾਰ ਲਹਿਰ ਵਾਲਿਆਂ ਕੋਲ, ਕਹਿੰਦਾ ਏਦਾਂ ਕਰਕੇ ਵੀ ਮੇਰੇ ਨਾਲ ਤਾਂ ਏਦਾਂ ਕੀਤੀ। ਤੇ ਇਹਨਾਂ ਨੇ ਸਿੱਧਾ ਕਹਿਤਾ ਵੀ ਇਹ ਤਾਂ ਧੱਕਾ ਹੀ ਸਰੇਆਮ ਤੁਹਾਡੇ ਨਾਲ, ਵੀ ਜਦੋਂ ਤੁਸੀਂ ਬੈਠੇ ਹੋ ਤਾਂ ਤੁਹਾਡੇ ਪੁੱਤਰ ਨੂੰ ਜੋ ਕਿ ਨਾਬਾਲਗ ਆ ਉਹਨੂੰ ਗੱਦੀ ਤੇ ਕਿਵੇਂ ਬਿਠਾ ਸਕਦੇ ਨੇ। ਤਾਂ ਇਹਨਾਂ ਨੇ ਬਰਤਾਨਵੀ ਸਰਕਾਰ ਦੇ ਖਿਲਾਫ ਸ਼ਾਂਤਮਈ ਤਰੀਕੇ ਨਾਲ ਜੀ ਅੰਦੋਲਨ ਸ਼ੁਰੂ ਕੀਤਾ ਵੀ ਜੋ ਗੱਦੀ ਨਾਭਾ ਦਾ ਰਾਜਾ ਹੈਗਾ ਰਿਪੁਦਮਨ, ਉਸ ਨੂੰ ਦਿੱਤੀ ਜਾਵੇ। ਤਾਂ ਕੀ ਹੋਇਆ ਜੀ, ਇਹਨਾਂ ਨੇ ਅਰਦਾਸਾਂ ਵਗੈਰਾ ਕੀਤੀਆਂ ਇਹਨਾਂ ਲਈ ਜੀ, ਠੀਕ ਹੈ ਜੀ। ਇਹਨਾਂ ਨੇ ਮਤਲਬ ਕਿ ਇਹਨਾਂ ਨੇ ਸੜਕਾਂ ਦੇ ਉੱਤੇ ਰੈਲੀਆਂ ਵਗੈਰਾ ਕੱਢੀਆਂ ਜੀ। ਤਾਂ ਜੈਤੋ ਵਿਖੇ ਜੀ ਕੀ ਹੋਇਆ ਸੀਗਾ, ਜੈਤੋ ਵਿਖੇ ਜੀ 500 ਸਿੱਖਾਂ ਦਾ ਜੱਥਾ ਪਹੁੰਚਿਆ ਸੀਗਾ ਜੀ, ਠੀਕ ਹੈ ਜੀ। ਉਹ ਵੀ ਸ਼ਾਂਤਮਈ ਤਰੀਕੇ ਨਾਲ ਜੀ ਜੋ ਅੰਦੋਲਨ ਚੱਲ ਰਿਹਾ ਸੀਗਾ ਜੀ ਕਰੀ ਜਾਂਦੇ ਸੀਗੇ। ਤਾਂ ਉਹਨਾਂ ਨੇ ਕੀ ਕੀਤਾ ਜੀ, ਸਿਪਾਹੀਆਂ ਨੇ
ਜੈਤੋ ਦੇ ਵਿੱਚ ਸਿੱਖਾਂ ਦੇ ਉੱਤੇ ਜੀ ਗੋਲੀਆਂ ਚਲਾਈਆਂ ਸੀ। ਤਾਂ ਗੋਲੀਆਂ ਜਦੋਂ ਚਲਾਈਆਂ ਜੀ, ਠੀਕ ਹੈ ਜੀ, ਗੋਲੀਆਂ ਚਲਾਤੇ ਜੀ, ਉਸ ਤੋਂ ਬਾਅਦ ਜਿਹੜੀ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ ਸੀਗੀ ਜੀ, ਇਹਨੂੰ ਵੀ ਗੈਰ ਕਾਨੂੰਨੀ ਕਹਿ ਦਿੱਤਾ ਜੀ। ਕਹਿੰਦੇ ਇਹ ਗੈਰ ਕਾਨੂੰਨੀ ਹੈਗੇ ਜੀ, ਠੀਕ ਹੈ। ਤਾਂ ਇਹਨੂੰ ਵੀ ਉਦੋਂ ਗੈਰ ਕਾਨੂੰਨੀ ਕਹਿਤੀ ਸੀਗੀ ਜੀ। ਉਸ ਤੋਂ ਬਾਅਦ ਜੀ ਕੀ ਹੋਇਆ, 1924 ਤੋਂ ਬਾਅਦ ਜਦੋਂ ਗੌਰਮੈਂਟ ਨੂੰ ਪਤਾ ਲੱਗਿਆ ਕਿ ਹੁਣ ਜੋ ਸਿੱਖ ਹੈਗੇ ਨੇ ਇਹ ਆਵਾਜ਼ ਹੋਰ ਚੱਕੀ ਜਾਂਦੇ ਆ ਤੇ ਇਹਨਾਂ ਦੀ ਆਪਾਂ ਗੱਲ ਮੰਨ ਲੈਂਦੇ ਆ, ਤਾਂ ਇਹਨਾਂ ਨੇ ਜੀ ਉਸ ਤੋਂ ਬਾਅਦ ਕੀ ਕੀਤਾ ਸੀਗਾ, 1925 ਦੇ ਵਿੱਚ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੀ ਜੀ, ਇਸ ਨੂੰ ਇੱਕ ਜੀ ਕਾਨੂੰਨ ਦੇ ਤਹਿਤ ਪਾਸ ਕੀਤਾ, ਐਕਟ ਆਇਆ ਇਹਦਾ, ਤੇ ਇਹਨੂੰ ਇੱਕ ਜੀ ਕਾਨੂੰਨੀ ਸੰਸਥਾ ਬਣਾ ਦਿੱਤੀ ਗਈ ਜੀ, ਠੀਕ ਹੈ ਜੀ। ਤੇ ਜੋ ਵੀ ਗੁਰਦੁਆਰੇ ਵਗੈਰਾ ਸੀਗੇ ਜੀ ਉਹ ਇਹਨਾਂ ਨੂੰ ਸੌਂਪ ਦਿੱਤੇ ਗਏ ਵੀ ਤੁਸੀਂ ਇਹਨਾਂ ਦੇ ਵਿੱਚ ਕੋਈ ਵੀ ਕੰਮ ਕਰਾ ਤੁਸੀਂ ਹੀ ਕਰੋਗੇ, ਠੀਕ ਹੈ। ਤਾਂ ਇੱਕ ਇਹਦਾ ਨਾਮ ਜੀ ਅਕਾਲੀ ਲਹਿਰ ਵੀ ਕਹਿੰਦੇ ਜਿਹਨੂੰ ਆਪਾਂ। ਤੇ ਜਦੋਂ 1925 ਦੇ ਵਿੱਚ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ ਹੈ ਤਾਂ ਉਦੋਂ ਇਹਦੇ ਪ੍ਰਧਾਨ ਸੀਗੇ ਜੀ, ਉਦੋਂ ਵੀ ਇਹਨਾਂ ਦੇ ਇੱਕ ਉਪ ਪ੍ਰਧਾਨ ਸੀਗੇ ਜੀ। 1925 ਵਿੱਚ ਜਿਹੜੇ ਤੋਂ ਪ੍ਰਧਾਨ ਬਣਾਇਆ ਗਿਆ ਜੀ ਉਹਦਾ ਨਾਮ ਸੀਗਾ ਜੀ ਖੜਕ ਸਿੰਘ, ਤੇ ਜੋ ਉਪ ਪ੍ਰਧਾਨ ਸੀਗਾ ਜੀ ਉਹਦਾ ਨਾਮ ਸੀਗਾ ਮਾਸਟਰ ਤਾਰਾ ਸਿੰਘ। ਤਾਂ ਅਕਾਲੀ ਲਹਿਰ ਬਾਰੇ ਜੀ ਬਸ ਇੰਨਾ ਕੁ ਟੌਪਿਕ ਹੈ ਜੀ ਜੋ ਤੁਸੀਂ ਯਾਦ ਰੱਖਣਾ ਹੈ। ਜੋ ਇੰਪੋਰਟੈਂਟ ਚੀਜ਼ਾਂ ਜੀ, ਇੱਕ ਤਾਂ ਇਹਨਾਂ ਦੇ ਪ੍ਰਧਾਨ ਪੁੱਛਿਆ ਜਾਂਦਾ ਜੀ, ਇਹ ਪ੍ਰਧਾਨ ਹੈ ਜੀ। ਇਹ ਤੁਹਾਨੂੰ ਜੀ ਐਗਜ਼ਾਮੀਨਰ ਹੈ ਜੋ ਇੱਥੇ ਕਨਫਿਊਜ਼ ਕਰੇਗਾ ਕਿ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਕੌਣ ਸੀਗਾ ਪਹਿਲਾ। ਉਹਨੇ ਪਹਿਲਾ ਪ੍ਰਧਾਨ ਪੁੱਛਣਾ ਤਾਂ ਗੱਲ ਸਿੱਧੀ ਹੈ ਜੀ, ਸੁੰਦਰ ਸਿੰਘ ਮਜੀਠੀਆ ਜਾਂ ਖੜਕ ਸਿੰਘ, ਦੋਵਾਂ ਚ ਕਨਫਿਊਜ਼ ਹੋਵਾਂਗੇ। ਤਾਂ ਇਸ ਲਈ ਜੀ ਨਾਲ 1925 ਜਾਂ 1920 ਲਾ ਕੇ ਜ਼ਰੂਰ ਦੇਗਾ ਵੀ 1920 ਦੇ ਵਿੱਚ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ ਸੀਗੀ ਤਾਂ ਉਸ ਟਾਈਮ ਉੱਤੇ ਉਹਦਾ ਪ੍ਰਧਾਨ ਕੌਣ ਸੀਗਾ ਜੀ, ਠੀਕ ਹੈ। ਤਾਂ ਸੇਮ ਹੀ ਇੱਥੇ ਦੇਗਾ ਜੀ 1925 ਨਾਲ ਲਿਖ ਕੇ ਦੇਗਾ ਜੀ। ਤਾਂ ਤੁਸੀਂ ਇਹਨਾਂ ਨੂੰ ਯਾਦ ਰੱਖਣੇ ਹੈਗੇ ਜੀ। ਇਹਦੇ ਵਿੱਚ ਇੰਨੇ ਸੀਗੇ, ਤੁਸੀਂ ਇਹਨੂੰ ਲਿਖ ਸਕਦੇ ਹੋ ਜੀ। ਉਸ ਤੋਂ ਬਾਅਦ ਆਪਾਂ ਅੱਗੇ ਕਰਦੇ ਹਾਂ ਜੀ। ਤੁਸੀਂ ਜੋ ਜੀ ਆਪਣਾ ਗੁਰਦੁਆਰਾ ਸੁਧਾਰ ਲਹਿਰ ਸੀ ਜਿਹਨੂੰ ਆਪਾਂ ਅਕਾਲੀ ਲਹਿਰ ਵੀ ਕਿਹਾ, ਉਹ ਆਪਾਂ ਪੜ੍ਹ ਚੁੱਕੇ। ਨੈਕਸਟ ਆਪਣੀ ਹੈਗੀ ਬੱਬਰ ਅਕਾਲੀ ਲਹਿਰ। ਬੱਬਰ ਅਕਾਲੀ ਲਹਿਰ ਦੀ ਜਿਹੜੀ ਸਥਾਪਨਾ ਹੋਈ ਹੈ ਜੀ ਇਹਦੀ, ਉਹ ਹੋਈ ਹੈ ਜੀ ਅਗਸਤ 1922। ਤੇ ਜਿਹੜੇ ਇਹਦੇ ਮੋਢੀ ਹੋਏ ਜੀ ਬੰਦੇ, ਮਾਸਟਰ ਮੋਤਾ ਸਿੰਘ ਅਤੇ ਕਿਸ਼ਨ ਸਿੰਘ ਗੜਗੱਜ। ਬੱਬਰ ਅਕਾਲੀ ਲਹਿਰ ਕੀ ਹੈ ਜੀ? ਆਪਾਂ ਨਾਮ ਤੋਂ ਪਤਾ ਲੱਗ ਰਿਹਾ ਜੀ ਅਕਾਲੀ ਲਹਿਰ ਆਪਾਂ ਹੁਣੇ ਪੜ੍ਹ ਕੇ ਹਟਿਆ ਵੀ ਉਹਨਾਂ ਦਾ ਕੰਮ ਕੀ ਸੀਗਾ, ਇਹਦੇ ਮੂਹਰੇ ਬੱਬਰ ਲੱਗ ਗਿਆ। ਜਾਣੀ ਕਿ ਜੋ ਬੱਬਰ ਅਕਾਲੀ ਲਹਿਰ ਹੈ ਜੀ ਇਹ ਅਕਾਲੀ ਲਹਿਰ ਦੀ ਹੀ ਇੱਕ ਇਕਾਈ ਸੀਗੀ। ਤੁਹਾਨੂੰ ਦੱਸਿਆ ਸੀਗਾ ਜੀ ਜਦੋਂ ਗੁਰਦੁਆਰਾ ਅਕਾਲੀ ਲਹਿਰ ਗੁਰਦੁਆਰਾ ਸੁਧਾਰ ਲਹਿਰ ਉੱਠੀ ਹੈ ਜੀ, ਅਕਾਲੀ ਲਹਿਰ ਜਦੋਂ ਉੱਠੀ ਹੈ ਜੀ ਉਹਨਾਂ ਦਾ ਕੰਮ ਸੀਗਾ ਕਿ ਜੋ ਵੀ ਗੁਰਦੁਆਰਿਆਂ ਦੇ ਉੱਤੇ ਮਹੰਤਾਂ ਨੇ ਕਬਜ਼ਾ ਕੀਤਾ ਹੋਇਆ ਹੈ ਉਹਨਾਂ ਨੂੰ ਛੁਡਾਉਣਾ। ਪਰ ਉਹਨਾਂ ਦਾ ਤਰੀਕਾ ਸੀਗਾ ਜੀ ਸ਼ਾਂਤਮਈ ਤਰੀਕੇ ਨਾਲ ਜੀ, ਕੋਈ ਵੀ ਆਪਾਂ ਹਿੰਸਾ ਵਗੈਰਾ ਨਹੀਂ ਕਰਨੀ ਹੈਗੀ। ਇਹ ਵੀ ਉਦੋਂ ਉਹਨਾਂ ਦੇ ਹੀ ਮੈਂਬਰ ਸੀਗੇ ਜੀ ਜੋ ਬੱਬਰ ਅਕਾਲੀ ਲਹਿਰ ਦੇ ਬੰਦੇ ਸੀਗੇ। ਪਰ ਜਦੋਂ ਇਹਨਾਂ ਨੇ ਜੀ ਨਨਕਾਣਾ ਸਾਹਿਬ ਦਾ ਸਾਕਾ ਦੇਖਿਆ ਜੀ ਤਾਂ ਜੋ ਇਹ ਬੰਦੇ ਸੀਗੇ ਜੀ, ਇਹ ਬੰਦੇ ਕਹਿੰਦੇ ਆਂਦੇ ਏਦਾਂ ਤਾਂ ਕਹਿੰਦੇ ਬਹੁਤ ਸਾਰੇ ਗੁਰਦੁਆਰੇ ਦੇ ਉੱਤੇ ਮਹੰਤਾਂ ਨੇ ਕਬਜ਼ਾ ਕੀਤਾ ਹੋਏਗਾ, ਏਦਾਂ ਤਾਂ ਅਸੀਂ ਆਪਦਾ ਵੀ ਸਿੱਖਾਂ ਨੂੰ ਬਹੁਤਾਂ ਨੂੰ ਸ਼ਹੀਦ ਹੋ ਜਾਣਗੇ ਇਹਨਾਂ ਦੇ ਵਿੱਚ, ਤਾਂ ਏਦਾਂ ਤਾਂ ਨਹੀਂ ਚੱਲਣਾ। ਆਪਾਂ ਬੱਬਰ ਅਕਾਲੀ ਲਹਿਰ ਦਾ ਇਹਨਾਂ ਨੇ ਫਿਰ ਨਿਰਮਾਣ ਕੀਤਾ ਜੀ। ਇਹ ਇਕੱਠੇ ਹੋਏ, ਇਹਨਾਂ ਨੇ ਕੀ ਕੀਤਾ ਜੀ, ਇਹ ਜੋ ਵੀ ਗੁਨਾਹਗਾਰ ਹੁੰਦੇ ਸੀਗੇ ਜੀ, ਜਿਵੇਂ ਨਨਕਾਣਾ ਸਾਹਿਬ ਦੇ ਸਾਕੇ ਦੇ ਵਿੱਚ ਜੋ ਵੀ ਬੰਦੇ ਗੁਨਾਹਗਾਰ ਸੀਗੇ ਜੀ, ਠੀਕ ਹੈ ਜੀ, ਜਿਨ੍ਹਾਂ ਦੇ ਕਰਕੇ ਕਿ ਨਨਕਾਣਾ ਸਾਹਿਬ ਦਾ ਸਾਕਾ ਹੋਇਆ
ਤਾਂ ਉਹਨਾਂ ਤੋਂ ਹੀ ਬੰਦੇ ਬਦਲੇ ਲੈਂਦੇ ਸੀਗੇ। ਠੀਕ ਹੈ ਜੀ। ਤਾਂ ਇੰਨਾ ਕੁ ਇਹਨਾਂ ਦਾ ਰੋਲ ਸੀਗਾ ਜੀ ਬੰਦਿਆਂ ਦਾ। ਤੇ ਇਸ ਲਹਿਰ ਜੀ, ਇਹ ਲਹਿਰ ਅਗਸਤ 1922 ਵਿੱਚ ਤਾਂ ਬਣੀ ਹੀ ਸੀਗੀ ਜੀ, ਤੇ ਇਹ ਲਹਿਰ ਛੇਤੀ ਹੀ ਜੂਨ 1924 ਵਿੱਚ ਜੀ ਇਹ ਖਤਮ ਵੀ ਹੋ ਗਈ ਸੀ ਜੀ। ਠੀਕ ਹੈ ਜੀ। ਜੂਨ 1924 ਵਿੱਚ ਖਤਮ ਹੋ ਗਈ ਸੀ ਜੀ ਇਹ। ਇਹਦੇ ਬਾਰੇ ਹੋਰ ਕੋਈ ਆਪਾਂ ਜ਼ਿਆਦਾ ਡਿਟੇਲ ਨਹੀਂ ਪੜ੍ਹਨੀ ਹੈਗੀ ਜੀ। ਤੇ ਕਿਸ਼ਨ ਸਿੰਘ ਗੜਗੱਜ ਨੂੰ ਜੀ 1926 ਵਿੱਚ ਫਾਂਸੀ ਦੇ ਦਿੱਤੀ ਗਈ ਸੀਗੀ, ਕਿਉਂਕਿ ਜੋ ਬੱਬਰ ਅਕਾਲੀ ਲਹਿਰ ਦੇ ਬੰਦੇ ਸੀਗੇ ਜੀ, ਇਹ ਹਿੰਸਾ ਦੇ ਵਿੱਚ ਹੀ ਵਿਸ਼ਵਾਸ ਰੱਖਦੇ ਸੀਗੇ ਜੀ। ਇਹਨਾਂ ਦੇ ਨਾਲ ਜੋ ਵੀ ਮੈਂਬਰ ਵਗੈਰਾ ਜੁੜਦੇ ਸੀਗੇ ਜੀ, ਇਹ ਪਹਿਲਾਂ ਨੂੰ ਚੇਤਾਵਨੀ ਦੇ ਦਿੰਦੇ ਸੀਗੇ ਵੀ ਤੁਸੀਂ ਪਰਿਵਾਰ ਵਾਲੇ ਬੰਦੇ ਨਾ ਹੋ ਤਾਂ ਤੁਸੀਂ ਫੇਰ ਆਇਓ। ਜੇ ਕੋਈ ਵੀ ਪਰਿਵਾਰ ਵਾਲਾ ਬੰਦਾ ਹੈਗਾ ਉਹ ਸਾਡੇ ਨਾਲ ਨਾ ਜੁੜੇ, ਠੀਕ ਹੈ ਜੀ। ਸਾਡਾ ਐਂ ਨਹੀਂ ਪਤਾ ਹੈਗਾ ਕਿ ਸਾਨੂੰ ਕਦੋਂ ਸਰਕਾਰ ਚੱਕਦੇ, ਕਦੋਂ ਸਾਡੇ ਉੱਤੇ ਵਾਰੰਟ ਜਾਰੀ ਕਰਦੇ, ਕਦੋਂ ਸਾਡਾ ਇਨਕਾਊਂਟਰ ਕਰਦੇ। ਤਾਂ ਇਸ ਲਈ ਜੀ ਜੋ ਵੀ ਪਰਿਵਾਰਕ ਘਰ ਦੇ ਬੰਦੇ ਸੀਗੇ ਜੀ, ਤਾਂ ਉਹਨਾਂ ਨੂੰ ਦੂਰ ਰੱਖਣ ਦੀ ਕੋਸ਼ਿਸ਼ ਕਰਦੇ ਸੀ ਜੀ ਇਹ। ਠੀਕ ਹੈ ਜੀ। ਤਾਂ ਇਹਨਾਂ ਦਾ ਬਸ ਇੰਨਾ ਕੁ ਕੰਮ ਸੀਗਾ ਜੀ ਬੰਦਿਆਂ ਦਾ। ਆ ਤੁਸੀਂ ਦੋ ਨਾਮ ਯਾਦ ਰੱਖਣੇ ਜੀ, ਇੱਕ ਦੀ ਸਥਾਪਨਾ ਤੇ ਇੱਕ ਦਾ ਅੰਤ ਜੀ। ਤੇ ਜੇ ਕਈ ਵਾਰੀ ਜੇ ਕਿਸ਼ਨ ਸਿੰਘ ਗੜਗੱਜ ਦੀ ਫਾਂਸੀ ਬਾਰੇ ਪੁੱਛਣ ਤਾਂ 1926 ਵਿੱਚ ਇਹਨਾਂ ਨੂੰ ਫਾਂਸੀ ਦਿੱਤੀ ਗਈ ਸੀ। ਤਾਂ ਇਹੀ ਟੌਪਿਕ ਹੈ ਜੀ ਇਹਦੇ ਬਾਰੇ। ਉਸ ਤੋਂ ਬਾਅਦ ਇੱਕ ਆਪਣਾ ਹੋਰ ਟੌਪਿਕ ਹੈ ਛੋਟਾ ਜਿਹਾ, ਉਹ ਆਪਾਂ ਕਰਕੇ ਉਸ ਤੋਂ ਜੀ ਗਦਰ ਲਹਿਰ ਪੜਾਂਗੇ। ਕਰ ਲਓ ਜੀ। ਆਪਾਂ ਜੀ ਬੱਬਰ ਅਕਾਲੀ ਲਹਿਰ ਪੜ੍ਹੀ ਸੀਗੀ ਜੀ, ਹੁਣ ਆਪਾਂ ਪੜ੍ਹਨੀ ਹੈ ਜੀ ਪੰਜਾਬ ਰਿਆਸਤੀ ਪ੍ਰਜਾ ਮੰਡਲ। ਇਹਦੀ ਸਥਾਪਨਾ ਲਿਖ ਲਓ ਜੀ ਪਹਿਲਾਂ ਤਾਂ। ਸਥਾਪਨਾ ਹੋਈ ਹੈ ਜੀ ਇਹਦੀ 17 ਜੂਨ 1928 ਨੂੰ, ਤੇ ਇਹਦੇ ਪ੍ਰਧਾਨ ਬਣਾਏ ਗਏ ਸੀਗੇ ਜੀ ਸੇਵਾ ਸਿੰਘ ਠੀਕਰੀਵਾਲਾ, ਤੇ ਇਹਦੇ ਜੋ ਸੈਕਟਰੀ ਸੀ ਜੀ ਉਹ ਸੀਗੇ ਜੀ ਭਗਵਾਨ ਸਿੰਘ ਲੌਂਗੋਵਾਲੀਆ। ਪੰਜਾਬ ਰਿਆਸਤੀ ਪ੍ਰਜਾ ਮੰਡਲ, ਇਹ ਜੀ ਉੱਥੋਂ ਦੇ ਜੋ ਸ਼ਹਿਰ ਦੇ ਵਿੱਚ ਲੋਕ ਰਹਿੰਦੇ ਸੀ ਜੀ, ਉਹਨਾਂ ਦਾ ਇੱਕ ਗਰੁੱਪ ਸੀਗਾ ਜੀ। ਇਹ ਮੋਸਟਲੀ ਜਿਹੜਾ ਗਰੁੱਪ ਨੇ ਕੰਮ ਕੀਤਾ ਜੀ, ਇਸ ਨੇ ਕੰਮ ਕੀਤਾ ਸੀਗਾ ਪਟਿਆਲੇ ਦੇ ਵਿੱਚ। ਪਟਿਆਲੇ ਦਾ ਜੋ ਰਾਜਾ ਸੀਗਾ ਜੀ ਉਸ ਟਾਈਮ ਉੱਤੇ ਭੁਪਿੰਦਰ ਸਿੰਘ, ਠੀਕ ਹੈ। ਤਾਂ ਉਹਨਾਂ ਦੇ ਖਿਲਾਫ ਹੀ ਇਹਨਾਂ ਨੇ ਮੁਹਿੰਮਾਂ ਛੇੜੀਆਂ ਸੀਗਾ ਜੀ, ਕਿਉਂਕਿ ਉਹ ਕਹਿੰਦੇ ਹਨ ਵੀ ਉਹਦਾ ਸ਼ਾਸਨ ਬਹੁਤ ਹੀ ਮਾੜਾ ਸੀਗਾ ਜੀ, ਅਤਿਆਚਾਰ ਕਰਦਾ ਸੀਗਾ ਲੋਕਾਂ ਦੇ ਉੱਤੇ। ਤਾਂ ਕਰਕੇ ਜੀ ਇਹ ਉਹਦੇ ਵਿਰੁੱਧ ਸੀਗੇ ਜੀ। ਜੋ ਸੇਵਾ ਸਿੰਘ ਠੀਕਰੀਵਾਲਾ ਜੀ ਸੀਗਾ ਜੀ, ਇਹਨਾਂ ਦਾ ਇਹਦੇ ਵਿੱਚ ਖਾਸ ਰੋਲ ਹੈਗਾ ਜੀ। ਇਹਦੇ ਜੀ 3 ਸੈਸ਼ਨ ਹੋਏ ਨੇ। ਇੱਕ ਤਾਂ 1929 ਨੂੰ ਹੋਇਆ ਜੀ, 1930 ਨੂੰ ਹੋਇਆ ਜੀ, ਤੇ 1931 ਨੂੰ ਹੋਇਆ ਜੀ। 1929 ਨੂੰ ਜੋ ਹੋਇਆ ਜੀ ਉਹ ਹੋਇਆ ਸੀਗਾ ਲਾਹੌਰ ਦੇ ਵਿੱਚ। ਦੂਸਰਾ ਹੋਇਆ ਜੀ ਲੁਧਿਆਣੇ ਦੇ ਵਿੱਚ, ਤੇ ਤੀਸਰਾ ਹੋਇਆ ਸੀਗਾ ਸ਼ਿਮਲਾ। ਜੋ ਪਹਿਲਾ ਹੋਇਆ ਜੀ ਲਾਹੌਰ ਦੇ ਵਿੱਚ, ਇਹਦੇ ਵਿੱਚ ਗੱਲ ਰੱਖੀ ਸੀਗੀ ਸੇਵਾ ਸਿੰਘ ਠੀਕਰੀਵਾਲਾ ਜੀ ਨੇ। ਇਹਨਾਂ ਨੇ ਵਿਰੋਧ ਕੀਤਾ ਸੀਗਾ ਜੀ ਭੁਪਿੰਦਰ ਸਿੰਘ ਮਹਾਰਾਜੇ ਦਾ। ਕਹਿੰਦੇ ਸੀਗੇ ਵੀ ਇਹਦਾ ਦਾ ਜੋ ਮਾੜਾ ਸ਼ਾਸਨ ਕਰੀ ਜਾਂਦੇ ਨੇ ਇਹ, ਠੀਕ ਹੈ। ਤਾਂ ਇਹਨਾਂ ਤੇ ਜੋ ਬਰਤਾਨਵੀ ਸਰਕਾਰ ਹੈ ਉਹ ਕਾਰਵਾਈ ਕਰੀ। ਜੋ ਭੁਪਿੰਦਰ ਸਿੰਘ ਸੀਗਾ ਜੀ, ਖੁਦ ਹੀ ਸਰਕਾਰ ਦਾ ਬੰਦਾ ਸੀਗਾ, ਤਾਂ ਉਹ ਕਾਰਵਾਈ ਉਹਨਾਂ ਨੇ ਕਿਉਂ ਕਰਨੀ ਸੀਗੀ, ਠੀਕ ਹੈ। ਤਾਂ ਉਹਨਾਂ ਨੇ ਕੀ ਕੀਤਾ ਜੀ, ਉਹਨਾਂ ਨੇ ਸੇਵਾ ਸਿੰਘ ਠੀਕਰੀਵਾਲਾ ਨੂੰ ਗ੍ਰਿਫਤਾਰ ਕਰਵਾਤਾ। ਉਸ ਤੋਂ ਬਾਅਦ ਜੀ ਜਦੋਂ ਲੋਕ ਜ਼ਿਆਦਾ ਆ ਗਏ ਇਹਦੇ ਵਿੱਚ ਜੀ, ਤਾਂ ਉਹਨਾਂ ਨੂੰ ਸੇਵਾ ਸਿੰਘ ਠੀਕਰੀਵਾਲਾ ਨੂੰ ਰਿਹਾ ਕਰਨਾ ਪਿਆ ਜੀ। 1930 ਦੇ ਵਿੱਚ ਜੀ ਲੁਧਿਆਣੇ ਵਿੱਚ ਜਦੋਂ ਸੈਸ਼ਨ ਚੱਲਿਆ, ਇਹਨਾਂ ਦੀ ਬੈਠ ਕੇ ਬੈਠੇ ਜੀ, ਉਦੋਂ ਵੀ ਜੀ ਸੇਵਾ ਸਿੰਘ ਠੀਕਰੀਵਾਲਾ ਨੇ ਸਿੱਧਾ ਜੀ ਜੋ ਪਟਿਆਲੇ ਦਾ ਰਾਜਾ ਸੀਗਾ ਭੁਪਿੰਦਰ ਸਿੰਘ, ਉਹਦੇ ਉੱਤੇ ਨਿਸ਼ਾਨਾ ਸਾਧਿਆ ਜੀ, ਠੀਕ ਹੈ। ਤਾਂ ਉਦੋਂ ਵੀ ਇਹਨਾਂ ਨੇ ਸੇਮ ਹੀ ਗੱਲ ਰੱਖੀ ਸੀਗੀ ਜੀ। ਉਹ ਤਾਂ 1931 ਦੇ ਵਿੱਚ ਸ਼ਿਮਲਾ ਦੇ ਵਿੱਚ ਜਦੋਂ ਹੋਇਆਗਾ ਜੀ ਜੋ ਸੈਸ਼ਨ, ਤਾਂ ਇਹਦੇ ਵਿੱਚ ਇਹਨਾਂ ਨੇ ਸਿੱਧਾ ਕਹਿਤਾ ਵੀ ਜੇ ਭੁਪਿੰਦਰ ਸਿੰਘ ਹੈਗਾ ਮਹਾਰਾਜ, ਠੀਕ ਹੈ, ਇਸ ਨੂੰ ਗੱਦੀ ਤੋਂ ਲਾਹ ਦਿੱਤਾ ਜਾਵੇ ਜੀ। ਜੋ ਪਟਿਆਲੇ ਦਾ ਮਹਾਰਾਜਾ ਕਹਿਲਾਉਂਦਾ ਸੀਗਾ, ਤਾਂ ਇਹਨੂੰ ਕਹਿੰਦੇ ਵੀ ਗੱਦੀ ਤੋਂ ਲਾਹ ਦਿੱਤਾ ਜਾਵੇ, ਇਹਨੂੰ ਬਰਖਾਸਤ ਕੀਤਾ ਜਾਵੇ ਜੀ। ਤਾਂ ਇਹਨਾਂ ਨੇ ਕੀ ਕੀਤਾ ਜੀ, ਸੇਵਾ ਸਿੰਘ ਠੀਕਰੀਵਾਲਾ ਨੂੰ ਗ੍ਰਿਫਤਾਰ ਕਰਵਾਤਾ, ਤੇ 1933 ਦੇ ਵਿੱਚ ਜੀ ਜੇਲ੍ਹ ਵਿੱਚ ਇਹਨਾਂ ਦੀ ਮੌਤ ਹੋ ਗਈ ਸੀਗੀ ਜੀ। ਸੇਵਾ ਸਿੰਘ ਠੀਕਰੀਵਾਲਾ
ਦੀ ਮੌਤ ਹੋ ਗਈ ਸੀ। ਤਾਂ ਜਦੋਂ ਇਹਨਾਂ ਦੀ ਮੌਤ ਹੁੰਦੀ ਹੈ ਜੀ, ਤਾਂ ਜੋ ਪੰਜਾਬ ਰਿਆਸਤੀ ਪ੍ਰਜਾ ਮੰਡਲ ਹੈ ਜੀ, ਇਹਦਾ ਵੀ ਕੰਮ ਠੰਡਾ ਪੈ ਜਾਂਦਾ ਜੀ। ਇਹ ਵੀ ਉਸ ਤੋਂ ਬਾਅਦ ਕੋਈ ਇਹਦੇ ਕੰਮ ਨਹੀਂ ਹੁੰਦਾ ਜੀ। ਫਿਰ ਤੁਹਾਨੂੰ ਪਤਾ ਕਿ 1947 ਨੂੰ ਜੀ ਜਦੋਂ ਭਾਰਤ ਜੀ ਆਜ਼ਾਦ ਹੋਇਆ ਹੈਗਾ ਗਾ, ਤਾਂ ਉਸ ਤੋਂ ਬਾਅਦ ਜੀ ਪਟਿਆਲਾ ਨੂੰ ਇੱਕ ਜੀ ਅਲੱਗ ਮਤਲਬ ਕਿ ਇਹਨਾਂ ਨੂੰ ਜੀ ਰਿਆਸਤਾਂ ਬਣਾ ਦਿੱਤੀਆਂ ਸੀ ਜੀ। ਠੀਕ ਹੈ, ਤਾਂ ਇੰਨਾ ਬਹੁਤ ਹੈ ਜੀ। ਉਸ ਤੋਂ ਬਾਅਦ ਜੀ ਆਪਾਂ ਅੱਗੇ ਗਦਰ ਲਹਿਰ ਪੜਾਂਗੇ ਜੀ, ਗਦਰ ਲਹਿਰ ਵਿੱਚ ਕੀ ਸੀਗਾ ਜੀ। ਠੀਕ ਹੈ, ਉਹ ਵੀ ਛੋਟਾ ਜਿਹਾ ਟੌਪਿਕ ਹੈ ਜੀ। ਤੇ ਅੱਜ ਆਪਾਂ ਜੋ ਆਪਣੀ ਹਿਸਟਰੀ ਨੂੰ ਆਪਾਂ ਖਤਮ ਕਰ ਹੀ ਦੇਣਾ ਜੀ। ਜੋ ਵੀ ਆਪਾਂ ਲਹਿਰਾਂ ਵਗੈਰਾ ਪੜ੍ਹਨੇ ਸੀ ਆਪਾਂ ਪੜ੍ਹ ਚੁੱਕੇ ਹਾਂ ਜੀ। ਲਾਸਟ ਹੈਗੀ ਆਪਣੀ ਜੀ ਗਦਰ ਲਹਿਰ। ਜੋ ਗਦਰ ਲਹਿਰ ਸੀ ਜੀ, ਇਹ ਜੋ ਵੀ ਵਿਦੇਸ਼ਾਂ ਦੇ ਵਿੱਚ ਆਪਣੇ ਭਾਰਤੀਏ ਰਹਿੰਦੇ ਸੀਗੇ ਜੀ, ਉਹਨਾਂ ਦੁਆਰਾ ਬਣਾਈ ਗਈ ਸੀਗੀ ਜੀ। ਉਹ ਇਕੱਠੇ ਹੋਏ ਜੀ, ਤਾਂ ਉਹਨਾਂ ਨੇ ਮਿਲ ਕੇ ਗਦਰ ਲਹਿਰ ਦਾ ਨਿਰਮਾਣ ਕੀਤਾ ਜੀ, ਯਾਨੀ ਕਿ ਸਥਾਪਨਾ ਕੀਤੀ ਸੀ। ਸਭ ਤੋਂ ਪਹਿਲਾਂ ਜੀ 1912 ਦੇ ਵਿੱਚ ਪ੍ਰਸ਼ਾਂਤ ਮਹਾਸਾਗਰ ਦੇ ਨਾਲ ਨਾਲ ਲੱਗਦੇ ਜਿੰਨੇ ਵੀ ਆਪਣੇ ਦੇਸ਼ ਸੀਗੇ ਜੀ, ਉਹਨਾਂ ਦੇ ਵਿੱਚ ਜੋ ਵੀ ਭਾਰਤੀ ਰਹਿ ਰਹੇ ਸੀਗੇ, ਉਹਨਾਂ ਨੇ ਮਿਲ ਕੇ ਇੱਕ ਸੰਗਠਨ ਬਣਾਇਆ ਜੀ, ਜਿਹਦਾ ਨਾਮ ਦਿੱਤਾ ਉਹਨਾਂ ਨੇ ਹਿੰਦੁਸਤਾਨ ਐਸੋਸੀਏਸ਼ਨ। ਤਾਂ ਉਹਨਾਂ ਨੇ ਹਿੰਦੁਸਤਾਨ ਐਸੋਸੀਏਸ਼ਨ ਨਾਮ ਦਾ ਸੰਗਠਨ ਬਣਾਇਆ ਜੀ। ਤੇ ਜੋ ਇਹਦਾ ਪ੍ਰਧਾਨ ਰੱਖਿਆ ਗਿਆ ਜੀ, ਪ੍ਰੈਜ਼ੀਡੈਂਟ ਰੱਖਿਆ ਗਿਆ ਸੀਗਾ, ਉਹਦਾ ਨਾਮ ਸੀਗਾ ਜੀ ਬਾਬਾ ਸੋਹਣ ਸਿੰਘ ਪਕਣਾ। ਤਾਂ ਇਹਨਾਂ ਨੂੰ ਜੀ ਹਿੰਦੁਸਤਾਨ ਐਸੋਸੀਏਸ਼ਨ ਦਾ ਪ੍ਰਧਾਨ ਬਣਾਇਆ ਗਿਆ ਜੀ। ਇਸ ਲਹਿਰ ਨੇ ਜੀ ਅਖਬਾਰ ਜਾਰੀ ਕੀਤੇ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ, ਵੀ ਜੋ ਅੰਗਰੇਜ਼ ਹੈਗੇ ਨੇ, ਜੋ ਬਰਤਾਨਵੀ ਸਰਕਾਰ, ਉਹ ਆਪਣੇ ਦੇ ਉੱਤੇ ਆਪਾਂ ਨੂੰ ਗੁਲਾਮ ਬਣਾ ਰੱਖਿਆ ਉਹਨਾਂ ਨੇ ਇੰਨਾ ਟਾਈਮ ਤੋਂ, ਤਾਂ ਆਪਾਂ ਇਹਨਾਂ ਦੇ ਖਿਲਾਫ ਲੜਾਈ ਸ਼ੁਰੂ ਕਰਨੀ ਹੈਗੀ ਆ, ਤੇ ਤੁਸੀਂ ਸਾਡਾ ਸਾਥ ਦਿਓ। ਤਾਂ ਏਦਾਂ ਕਰਕੇ ਜੀ ਬਾਬਾ ਸੋਹਣ ਸਿੰਘ ਪਕਣਾ ਸੀਗੇ ਇੱਕ ਆਪਣੇ, ਇਹਨਾਂ ਦੁਆਰਾ ਹੀ ਅਖਬਾਰ ਜਾਰੀ ਕੀਤੇ ਗਏ ਸੀਗੇ। ਉਸ ਤੋਂ ਬਾਅਦ ਜੀ 1913 ਨੂੰ ਜੀ ਗਦਰ ਆਸ਼ਰਮ ਜਾਂ ਜੀ ਜੁਗਾਂਤਰ ਆਸ਼ਰਮ, ਤਾਂ ਇਸੇ ਸੰਗਠਨ ਨੇ ਜੀ ਗਦਰ ਆਸ਼ਰਮ ਕਹਿ ਲਓ ਜੀ, ਜਾਂ ਤੁਸੀਂ ਇਹਨੂੰ ਜੁਗਾਂਤਰ ਆਸ਼ਰਮ ਕਹਿ ਲਓ ਜੀ, ਇਹਦਾ ਵੀ ਨਿਰਮਾਣ ਕੀਤਾ ਜੀ। ਤਾਂ ਇਹਨਾਂ ਨੇ ਜੀ ਕੀ ਕੀਤਾ, ਅਖਬਾਰ ਜਾਰੀ ਕੀਤੇ ਇਹਨਾਂ ਨੇ ਜੀ, ਹਫ਼ਤਾਵਾਰੀ ਅਖਬਾਰ ਜਾਰੀ ਕੀਤੇ ਜੀ। ਉਸ ਤੋਂ ਬਾਅਦ ਇਹਨਾਂ ਨੇ ਤਾਂ ਸਿਰਫ ਇੱਕ ਹੀ ਲੈਂਗੁਏਜ ਦੇ ਵਿੱਚ ਹੀ, ਉਰਦੂ ਦੇ ਵਿੱਚ ਇਹਨਾਂ ਨੇ ਅਖਬਾਰ ਜਾਰੀ ਕੀਤਾ ਸੀਗਾ। ਤਾਂ ਉਸ ਤੋਂ ਬਾਅਦ ਜੀ ਇਸ ਜਿਹੇ ਜਦੋਂ ਸੰਗਠਨ ਬਣਾਇਆ, ਤਾਂ ਇਹਨਾਂ ਨੇ ਜੀ 4 ਭਾਸ਼ਾਵਾਂ ਦੇ ਵਿੱਚ ਜੀ ਜੋ ਅਖਬਾਰ ਸੀਗਾ ਉਹਨੂੰ ਜਾਰੀ ਕੀਤਾ ਜੀ। ਤੇ ਉਹਨਾਂ ਨੂੰ ਜੀ ਨਾਲ ਲੱਗਦੇ ਜੋ ਵੀ ਤਗੜੇ ਤਗੜੇ ਦੇਸ਼ ਸੀਗੇ ਜੀ, ਉਹਦੇ ਵਿੱਚ ਪਹੁੰਚਾਇਆ ਸੀਗਾ ਜੀ। ਠੀਕ ਹੈ, ਤੇ ਜੋ ਇਹਦੇ ਸੰਪਾਦਕ ਸੀਗੇ ਜੀ ਅਖਬਾਰ ਦੇ, ਉਹਨਾਂ ਦਾ ਨਾਮ ਸੀਗਾ ਜੀ ਲਾਲਾ ਹਰਦਿਆਲ। ਠੀਕ ਹੈ, ਇਹ ਤੁਸੀਂ ਯਾਦ ਰੱਖ। ਇੱਕ ਤਾਂ ਇਹਨਾਂ ਦੇ ਇਹਦਾ ਪ੍ਰਧਾਨ ਦਾ ਨਾਮ ਜੀ, ਇੱਕ ਇਹਦਾ ਨਾਮ ਜੀ, ਤੇ ਇੱਕ ਸੀਗਾ ਜਿਹਦਾ ਹੈੱਡਕੁਆਟਰ ਕਿੱਥੇ ਸੀਗਾ ਜੀ, ਹੈੱਡਕੁਆਟਰ ਸੀਗਾ ਇਹਦਾ ਜੀ ਸੈਨ ਫਰਾਂਸਿਸਕੋ। ਤਾਂ ਸਿਰਫ ਗਦਰ ਲਹਿਰ ਦੇ ਵਿੱਚ ਹੀ ਇੰਨਾ ਕੀ ਹੈਗਾ ਜੀ ਜੋ ਆਪਾਂ ਯਾਦ ਰੱਖਣਾ ਹੈਗਾ। ਇੱਕ ਗੱਲ ਹੋਰ ਸੀਗੀ ਕਿ ਜੋ ਗਦਰ ਲਹਿਰ ਸੀਗੀ ਜੀ, ਗਦਰ ਲਹਿਰ ਨੇ ਕਹਿੰਦੇ ਇੱਕ ਇਹੋ ਜਿਹੀ ਲਹਿਰ ਸੀਗੀ ਜਿਹਨੇ ਕਿ ਬਰਤਾਨਵੀ ਸਰਕਾਰ ਦੀ ਬੂਥ ਲਵਾਈ ਸੀਗੀ ਜੀ। ਬਰਤਾਨਵੀ ਸਰਕਾਰ ਨੇ ਉਹਨੂੰ ਜਲਦੀ ਦਬਾਤਾ ਸੀਗਾ, ਜੇ ਸ਼ਾਇਦ ਨਾ ਦਬਦੀ ਤਾਂ ਆਜ਼ਾਦੀ ਥੋੜੀ ਜਿਹੀ ਪਹਿਲਾਂ ਮਿਲ ਜਾਂਦੀ ਆਪਾਂ ਨੂੰ। ਤਾਂ ਇਹਨਾਂ ਦੇ ਵਿੱਚ ਹੀ ਆਹ ਕੁਐਸਚਨ SI ਦੇ ਵਿੱਚ ਲਾਸਟ ਈਅਰ ਆਇਆ ਹੋਇਆ ਜੀ, ਕਿ ਜੋ ਗਦਰ ਲਹਿਰ ਸੀਗੀ ਇਹਦਾ ਜੋ ਹੈੱਡਕੁਆਟਰ ਸੀਗਾ ਕਿਹੜੀ ਜਗ੍ਹਾ ਦੇ ਉੱਤੇ ਪ੍ਰੈਜ਼ੈਂਟ ਸੀਗਾ ਜੀ। ਠੀਕ ਹੈ, ਤੇ ਇੱਕ ਆ ਸੋਹਣ ਸਿੰਘ ਪਕਣਾ ਦਾ ਨਾਮ, ਤੇ ਇੱਕ ਜੀ ਲਾਲਾ ਹਰਦਿਆਲ ਜੀ ਦਾ ਨਾਮ ਜੀ। ਇਹ ਤੁਸੀਂ ਯਾਦ ਰੱਖਣੇ ਨੇ। ਤੇ ਆਪਣਾ ਜੀ ਲਗਭਗ ਹਿਸਟਰੀ ਆਪਾਂ ਮੁਕਾ ਦਿੱਤੀ ਹੈ ਜੀ। ਜੋ ਵੀ ਪੰਜਾਬ GK ਦੇ ਵਿੱਚੋਂ ਪੰਜਾਬ GK ਵਿੱਚ ਹਿਸਟਰੀ ਤੋਂ ਰਿਲੇਟਡ ਕੁਐਸਚਨ ਆਉਂਦੇ ਨੇ ਆਪਾਂ ਹੀ ਕਰ ਚੁੱਕੇ ਹੈਗੇ। ਜਿਹੜੇ ਥੋੜੇ ਬਹੁਤ ਤਾਂ ਰਹਿ ਗਏ ਹੋਣਗੇ ਜੋ ਆਪਾਂ ਕੁਐਸਚਨਾਂ ਦੇ ਰਾਹੀਂ ਕਰ ਲਾਂਗੇ ਜੀ। ਤੇ ਇੰਨੇ ਸੀਗਾ ਜੀ ਅੱਜ ਲਈ।
ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਲਾਈਕ ਕਰੋ ਜੀ, ਸ਼ੇਅਰ ਕਰੋ, ਕਮੈਂਟ ਕਰੋ ਤੇ ਜੇ ਵੀਡੀਓ ਤੇ ਵੀਡੀਓ ਨੂੰ ਦੇਖਣ ਲਈ ਤੁਹਾਡਾ ਧੰਨਵਾਦ।